ਉਹਨਾਂ ਕੋਈ ਗਲਤ ਹਰਕਤਾਂ ਕਰਦਿਆਂ ਵੀ ਦੇਖਿਆ ਸੀ। ਗਲਤ ਹਰਕਤਾਂ ਸਾਰੇ ਹੀ ਵੇਖਿਆ ਸੀ ਕਿ ਮੈਨੂੰ ਮਹੱਲੇਦਾਰ ਕਹਿੰਦੇ ਸੀ ਵੀ ਤੇਰੀ ਬੀਵੀ ਇਸ ਗਲੀ 'ਚ ਖਾਲੀ ਜੱਫੀ ਪਾ ਕੇ ਉਹਨੂੰ ਖਲੀ ਸੀ, ਇਸ ਗਲੀ ਦੇ ਵਿੱਚ ਉਹਨੂੰ ਪੈਸੇ ਦੇ ਰਹੀ ਸੀ, ਇਸ ਗਲੀ ਵਿੱਚ ਉਹ ਚੁੰਮੀ ਚਟਾ ਕਰ ਰਹੇ ਸੀ। ਤੇ ਸਰ ਮੈਂ ਐਡਾ ਬਗੈਰਤ ਜਾਂ ਐਡਾ ਕੰਜਰ ਮੈਂ ਨਹੀਂ ਸਾ ਕਿ ਮੈਂ ਬਰਦਾਸ਼ਤ ਕਰ ਲਾਂ। ਤੇ ਦੇ ਨਾਲ ਕੀਤਾ ਮੇਰੀ ਬੀਵੀ ਬੇਹਿਆ ਹੋ ਗਈ ਸੀ ਤੇ ਤਲਕ ਗੱਲ ਤੇ ਰੱਖੇ ਸੀ ਅਹਿਮਦ ਸ਼ੇਖ ਨਾਲ, ਤੇ ਆਪਣੀ ਬੇਟੀ ਦੇ ਤਲਕ ਉਹਨੇ ਬਣਾਤੇ ਸੀ ਕੰਜਰਾਂ ਦੇ ਬਾਲ ਨਾਲ, ਮੋਹਸਨ ਨਾਲ। ਮੈਂ ਸਰ ਆਪਦੀ ਬੀਵੀ ਦੇ ਪੈਰ ਫੜੇ ਨੇ, ਆਪਦੀ ਬੱਚੀ ਦੇ ਪੈਰ ਫੜੇ ਨੇ। ਮੈਂ ਰੋ ਪਿਆ, ਮੈਂ ਕਿਹਾ ਤੁਹਾਨੂੰ ਰੱਬ ਨਬੀ ਦਾ ਵਾਸਤਾ ਜੇ, ਕਿਹਨੂੰ ਮੰਨਦੇ ਜੇ, ਮੌਲਾ ਅਲੀ ਨੂੰ ਮੰਨਦੇ ਜੇ, ਤੁਹਾਨੂੰ ਉਹਦਾ ਵਾਸਤਾ ਜੇ, ਮੇਰੀ ਇੱਜ਼ਤ ਬਰਬਾਦ ਨਾ ਕਰੋ। अस्सलाम वालेकुम नाज़रीन, मैं हूं एडी मलिक और मैं इस वक्त थाना सिटी चूनिया में मौजूद हूं, जहां कुछ रोज़ पहले शोहर ने अपनी बीवी और उसके आशना और एक उनके सहूलतकार को गोलियां मारकर कत्ल कर दिया। मेरे साथ मुलज़म मौजूद है, इनसे जानते हैं कि क्या मामला बना और किस तरह आपने अपनी बीवी और उसके आशना को कत्ल किया। क्या नाम है आपका? मंजूर अहमद फुजुरा। मंजूर साहब की काम किया जे? ਕੰਮ ਕੀਤਾ ਜੀ ਮੈਂ ਗੈਰਤ ਦੇ ਨਾਲ ਕੀਤਾ। ਮੇਰੀ ਬੀਵੀ ਬੇਹਿਆ ਹੋ ਗਈ ਸੀ ਤੇ ਤਲਕ ਗੱਲ ਤੇ ਰੱਖੇ ਸੀ ਅਹਿਮਦ ਸ਼ੇਖ ਨਾਲ, ਤੇ ਆਪਣੀ ਬੇਟੀ ਦੇ ਤਲਕ ਉਹਨੇ ਬਣਾਤੇ ਸੀ ਕੰਜਰਾਂ ਦੇ ਬਾਲ ਨਾਲ, ਮੋਹਸਨ ਨਾਲ। ਤੇ ਸਰ ਮੈਂ ਬਹੁਤ ਸਮਝਾਇਆ ਨਹੀਂ ਸਮਝੇ, ਨਹੀਂ ਕਿਸੇ ਗੱਲ ਤੇ ਆਏ। ਐਂਡ ਮੈਨੂੰ ਇਹ ਕਰਨਾ ਪਿਆ, ਮਜਬੂਰੀ ਮਾਰਨਾ ਪਿਆ। ਤੁਹਾਡੀ ਸ਼ਾਦੀ ਕਿੰਨਾ ਅਰਸਾ ਹੋਇਆ ਹੈ? ਮੇਰੀ ਸ਼ਾਦੀ 2002 ਚ ਹੋਈ ਹੈ ਜੀ। ਤੁਹਾਡੀ ਸ਼ਾਦੀ ਜਿਹੜੀ ਹੈ ਉਹ ਆਪਣੀ ਮਰਜ਼ੀ ਦੀ ਹੋਈ ਸੀ ਕਿ ਘਰਦਿਆਂ ਨੇ ਮਰਜ਼ੀ ਨਾਲ ਕੀਤੀ? ਨਹੀਂ ਜੀ, ਲਵ ਮੈਰਿਜ ਹੋਈ ਸੀ, ਕੀਤੀ ਘਰਦਿਆਂ ਹੀ ਸੀ, ਅੱਛਾ, ਪਰ ਸਾਡੀ ਲਵ ਮੈਰਿਜ ਹੋਈ ਸੀ, ਪਸੰਦ ਦੀ ਹੋਈ ਸੀ ਸ਼ਾਦੀ। ਪਸੰਦ ਦੀ ਸ਼ਾਦੀ ਹੋਈ ਤੇ ਸ਼ਾਦੀ ਤੋਂ 21 ਸਾਲ ਬਾਅਦ ਆਪਣੀ ਬੀਵੀ ਨੂੰ ਉਹਦੇ ਨਾਲ ਜਿਹਦੇ ਨਾਲ ਉਹਦੇ ਕੋਈ ਨਾਜਾਇਜ਼ ਤਾਲੁਕਾਤ ਬਣ ਗਏ ਸੀ, ਕਿਉਂ ਕਤਲ ਕੀਤਾ ਤੇ ਕਿਵੇਂ ਤਲਕ ਉਹਦੇ ਬਣੇ? ਸਰ ਉਹਦੇ 2 ਸਾਲ ਤੋਂ ਤਲਕ ਸੀ। ਜਦੋਂ ਨੇ ਮੇਰਾ ਪਰਚਾ ਕਰਵਾਇਆ ਉਹਨਾਂ ਰਲ ਮਿਲ ਕੇ ਮਨਸ਼ਿਆਤ ਦਾ, ਮੈਂ ਜੇਲ੍ਹ ਗਿਆ ਚਲਣਾ, ਪਿੱਛੋਂ ਉਹਨੇ ਬੇਟੀ ਦਾ ਅਸ਼ਕ ਵੀ ਮੰਗਵਾ ਲੈਣਾ ਉੱਥੋਂ ਪੱਤੋ ਵਿੱਚੋਂ, ਮੋਹਸਨ ਆਪ ਉਹ ਮੰਗਵਾ ਲੈਣਾ। ਰਾਤ ਉਹਨੇ ਨਾ ਮੈਂ ਘਰ ਹੋਣਾ, ਬੇਟੇ ਨੂੰ ਉਹਨੇ ਕਹਿਣਾ ਕਿ ਤੂੰ ਪੁੱਤਰ ਅੱਜ ਘਰ ਨਹੀਂ ਸੌਣਾ, ਵੱਡਾ ਬੇਟਾ ਸੀ ਉਹ, ਕਿਤੇ ਘਰ ਫੁੱਫੀ ਨੇ ਚਲਾ ਜਾਣਾ ਜਾਂ ਮਾਮੇ ਨੇ ਚਲਾ ਜਾਣਾ, ਕਿਸੇ ਘਰ ਸੌਂ ਜਾਣਾ। ਆਪ ਉਹਨੇ ਰਾਤ ਰੰਗ ਰੰਗੀਲੀਆਂ ਮਾਵਾਂ ਧੀਆਂ ਨੇ ਅੰਦਰ ਮਨਾਣਾ ਘਰ। ਯਾਨੀ ਕਿ ਤੁਹਾਡੀ ਬੀਵੀ ਨੇ ਤੁਹਾਡੀ ਆਪਣੀ ਬੇਟੀ ਦੇ ਨਾਲ ਵੀ ਕਿਸੇ ਦਾ ਤਲਕ ਬਣਵਾ ਲਿਆ? ਮੁੰਡੇ ਮੋਹਸਨ ਦਾ ਬਣਵਾਇਆ ਸੀ, ਉਹ ਕੰਜਰਾਂ ਦਾ ਬਾਲ ਏ। ਪੱਤੋ ਕੀ ਪੁਰਾਣੀ ਮੰਡੀ 6 ਨੰਬਰ ਵਾਰਡ ਉਹਨਾਂ ਦਾ ਘਰ ਹੈ, ਕੰਜਰਾਂ ਦਾ ਬਾਲ ਏ। ਆਪਦੀਆਂ ਭੈਣਾਂ ਦੁਬਈ ਉਹਨੇ 2 ਘਲਾਈਆਂ ਹੋਈਆਂ ਨੇ। ਅੱਛਾ, ਮੌਸਮ ਦੀ ਗੱਲ ਕਰਦੇ ਪਏ? ਜੀ ਜੀ, ਮੋਹਸਨ ਦੀ। ਅੱਛਾ, ਤੇ ਮੇਰੀ ਬੇਟੀ ਨੂੰ ਉਹ ਉਧਰ ਵਿਆਹਣਾ ਚਾਹੁੰਦੀ ਸੀ, ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ। ਆਪਦੇ ਵੀ ਤਲਕ ਕਿਵੇਂ ਬਣਾਇਆ ਸੀ ਵੀ ਮੇਰੀ ਬੇਟੀ ਕੋਈ ਬਾਪ ਨੂੰ ਗੱਲ ਨਾ ਦੱਸੇ, ਬੇਟੀ ਦਾ ਤਲਕ ਕਨੈਕਟ ਉਧਰ ਬਣਵਾਤਾ, ਆਪ ਉਧਰ ਹੋ ਗਈ ਹੈ। ਤੇ ਕਿਸ ਤਰ੍ਹਾਂ ਤਲਕ ਬਣੇ ਆ ਤੁਹਾਡੀ ਬੀਵੀ ਦਾ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਬੇਟੀ ਦਾ? ਤਲਕ ਇੰਝ ਜੀ, ਮੇਰੀਆਂ 3 ਸਾਲੀਆਂ ਮੇਰੇ ਸਹੁਰੇ ਨੇ ਵਿਆਹੀਆਂ ਨੇ, ਉਹਨੇ ਆਪਦੀ ਮਨਪਸੰਦ ਕੀਤਾ ਕੰਜਰਾਂ ਦੇ ਬਾਲਾਂ ਨਾਲ ਉਹਨੇ ਸ਼ਾਦੀ ਕਰਾਈ ਹੈ। ਅੱਛਾ, ਮੋਹਸਨ ਕਿਹੜਾ ਹੈ ਮੇਰੇ ਸਾਂਢੂ ਦਾ ਭਣੇਵਾ ਸੀ, ਅੱਛਾ, ਤੇ ਆਣ ਜਾਣ ਸਾਡਾ ਬਣਿਆ ਸੀ, ਮਿਲਣ ਗਿਲਣ ਬਣਿਆ ਸੀ। ਤੇ ਉਹਦਾ ਤਲਕ ਮੇਰੀ ਬੁੜੀ ਨੇ ਆਪਦੀ ਬੇਟੀ ਨਾਲ ਕਰਵਾਤਾ। ਆਪ ਅਹਿਮਦ ਸ਼ੇਖ ਨਾਲ ਉਹਨੇ ਤਲਕ ਕੀਤੇ ਹੋਏ ਸੀ, ਉਹਦੇ ਨਾਲ ਉਹ ਨਹੀਂ ਰੁਕਦੀ ਸੀ। ਇੱਥੋਂ ਤੱਕ ਹੁਣ ਹੋ ਗਿਆ ਸੀ ਕਿ ਉਹ ਟਿਕਟੋਕ ਬਣਾ ਕੇ ਅਹਿਮਦ ਸ਼ੇਖ ਨਾਲ ਆਪਦੀ ਬੇਟੀ ਦੇ, ਮੋਹਸਨ ਆਪਦੇ ਨਾਲ ਮੇਰੀ ਬੇਟੀ ਦੇ ਟਿਕਟੋਕ ਬਣਾ ਕੇ ਮੇਰੇ ਨੇ ਭੇਜਦਾ ਸੀ। ਕਿਸ ਕਿਸਮ ਦੇ ਟਿਕਟੋਕ ਹੈਗੇ ਸੀ? ਨਾਲ ਬਸ ਬੈਠ ਕੇ ਅੱਗੇ ਭਾਲੂ ਲਾ ਦੇਣੇ ਨੇ ਦੋਵਾਂ ਦੇ ਮੂੰਹ ਅੱਗੇ, ਜਾਂ ਬੀਵੀ ਦੇ ਮੇਰੀ ਦੇ ਮੂੰਹ ਅੱਗੇ, ਆਪ ਨਾਲ ਉਂਝ ਬੈਠੇ ਹੋਏ ਨੇ ਟਿਕਟੋਕ ਬਣਾ ਕੇ ਘੱਲਦੇ ਸੀ ਕਿ ਮੇਰੀ ਗੈਰਤ ਨਹੀਂ ਅਗਵਾਰਾ ਕਰਦੀ ਸੀ ਕਿ ਮੈਂ ਵੇਖ ਚੁੱਕਾ। ਤੇ ਤੁਸੀਂ ਆਪਣੀ ਬੀਵੀ ਨੂੰ ਤੇ ਆਪਣੀ ਬੇਟੀ ਨੂੰ ਸਮਝਾਇਆ ਨਹੀਂ ਕਿ ਇਹ ਕੰਮ ਠੀਕ ਨਹੀਂ ਹੈ, ਵੀ ਕੁਝ ਵੀ ਗਲਤ ਹੋ ਸਕਦਾ? ਸਰ ਬਹੁਤ ਸਮਝਾਇਆ, ਉਹਦੇ ਬਾਪ ਨੇ ਵੀ ਸਮਝਾਇਆ, ਭੈਣਾਂ ਨੇ ਸਮਝਾਇਆ, ਭਰਮਈਆਂ ਨੇ ਸਮਝਾਇਆ, ਸਾਰਿਆਂ ਨੇ ਸਮਝਾਇਆ, ਉਹ ਕਿਸੇ ਗੱਲ ਤੇ ਨਹੀਂ ਆਈ। ਉਹਨੂੰ ਮੈਂ ਫੋਨ ਕਰਨਾ, ਉਹਨੇ ਮੈਨੂੰ ਕਰੋੜ ਗਾਲ ਕੱਢਣੀ, ਅੱਛਾ, ਬਦਤਮੀਜ਼ੀ ਬੋਲਣੀ ਹੈ। ਤੇ ਕੀ ਲਾਲਚ ਦੇ ਦਿੱਤਾ ਸੀ ਜਿਹੜਾ ਤੁਹਾਡੀ ਬੀਵੀ ਦਾ ਜਿਹੜਾ ਆਸ਼ਿਕ ਹੈਗਾ ਸੀ? ਲਾਲਚ ਇਹ ਦੇ ਦਿੱਤਾ ਸੀ ਜੀ, ਉਸ ਮੁੰਡੇ ਨੂੰ ਲਾਲਚ ਇਹ ਪੈ ਗਿਆ ਸੀ, ਪੈਸਾ ਖਾਂਦਾ ਸੀ ਮੇਰੀ ਬੀਵੀ ਕੋਲੋਂ। ਉਹਨਾਂ ਦਾ ਡਾਟਾ ਕਢਾ ਲਓ, ਮੇਰੀ ਬੀਵੀ ਦਾ, ਮੋਹਸਨ ਦਾ, ਅਹਿਮਦ ਸ਼ੇਖ ਦਾ, ਮੇਰੀ ਬੇਟੀ ਦਾ, ਚਾਰਾਂ ਦਾ ਉਹਨਾਂ ਦਾ ਡਾਟਾ ਕਢਾ ਲਓ, ਜਾਂ ਉਹਨਾਂ ਦਾ ਰਾਬਤਾ ਜਾਂ ਪੈਸੇ ਨਹੀਂ ਕਰਾਉਂਦੀ ਰਹੀ ਤੇ ਮੈਂ ਜੁਰਮਦਾਰ ਹਾਂ। ਨਹੀਂ, ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਬੀਵੀ ਨੂੰ ਜਾਂ ਆਪਣੀ ਬੇਟੀ ਨੂੰ ਕਦੀ ਉਹਨਾਂ ਦੇ ਨਾਲ ਮੌਸਮ ਤੇ ਜਿਹੜਾ ਤੁਹਾਡੀ ਬੀਵੀ ਦਾ ਆਸ਼ਿਕ ਹੈਗਾ ਸੀ ਉਹਨਾਂ ਨੂੰ ਕੋਈ ਗਲਤ ਹਰਕਤਾਂ ਕਰਦਿਆਂ ਵੀ ਦੇਖਿਆ ਸੀ? ਗਲਤ ਹਰਕਤਾਂ ਸਾਰੇ ਹੀ ਵੇਖਿਆ ਸੀ ਕਿ ਮੈਨੂੰ ਮਹੱਲੇਦਾਰ ਕਹਿੰਦੇ ਸੀ ਵੀ ਤੇਰੀ ਬੀਵੀ ਇਸ ਗਲੀ 'ਚ ਖਾਲੀ ਜੱਫੀ ਪਾ ਕੇ ਉਹਨੂੰ ਖਲੀ ਸੀ,
ਇਸ ਗਲੀ ਦੇ ਵਿੱਚ ਉਹਨੂੰ ਪੈਸੇ ਦੇ ਰਹੀ ਸੀ, ਇਸ ਗਲੀ ਵਿੱਚ ਉਹ ਚੁੰਮੀ ਚਟਾ ਕਰ ਰਹੇ ਸੀ। ਤੇ ਸਰ ਮੈਂ ਐਡਾ ਬਗੈਰਤ ਜਾਂ ਐਡਾ ਕੰਜਰ ਮੈਂ ਨਹੀਂ ਸਾਂ ਕਿ ਮੈਂ ਬਰਦਾਸ਼ਤ ਕਰ ਲਵਾਂ। ਬਜ਼ੁਰਗ ਆਦਮੀ ਦੁਕਾਨਦਾਰ ਮੈਨੂੰ ਆਂਦੇ ਹੁੰਦੇ ਸੀ ਕਿ ਤੇਰੀ ਯਾਰ ਬੀਵੀ ਬਹੁਤ ਗਲਤ ਹੋ ਗਈ ਹੈ। ਐਸਾ ਤਾਂ ਨਹੀਂ ਕਿ ਤੇਰੇ ਮਹੱਲੇਦਾਰਾਂ ਨੇ ਤੇਰੇ ਕੰਨ ਭੜਕਾਏ ਨੇ ਨਹੀਂ। ਤੇ ਫਿਰ ਤੈਨੂੰ ਇਸ ਚੀਜ਼ ਤੋਂ ਉਕਸਾਇਆ ਹੈ, ਤੁਸੀਂ ਆਪਣੀ ਬੀਵੀ ਨੂੰ ਵੀ ਔਰ ਉਹਦੇ ਆਸ਼ਿਕ ਨੂੰ ਵੀ ਮਾਰ ਦਿੱਤਾ ਹੈ? ਨਹੀਂ ਸਰ, ਮੈਂ ਸਰ ਆਪਦੀ ਬੀਵੀ ਦੇ ਪੈਰ ਫੜੇ ਨੇ, ਆਪਦੀ ਬੱਚੀ ਦੇ ਪੈਰ ਫੜੇ ਨੇ। ਮੈਂ ਰੋ ਪਿਆ, ਮੈਂ ਕਿਹਾ ਤੁਹਾਨੂੰ ਰੱਬ ਨਬੀ ਦਾ ਵਾਸਤਾ ਜੇ, ਕਿਹਨੂੰ ਮੰਨਦੇ ਜੇ? ਮੌਲਾ ਅਲੀ ਨੂੰ ਮੰਨਦੇ ਜੇ, ਤੁਹਾਨੂੰ ਉਹਦਾ ਵਾਸਤਾ ਜੇ, ਮੇਰੀ ਇੱਜ਼ਤ ਬਰਬਾਦ ਨਾ ਕਰੋ। ਜਦੋਂ ਜੂਰਾ ਸਾਹਿਬ ਤੁਸੀਂ ਆਪਣੀ ਬੀਵੀ ਨੂੰ ਤੇ ਆਪਣੀ ਬੇਟੀ ਨੂੰ ਕੋਈ ਗਲਤ ਹਰਕਤਾਂ ਕਰਦੇ ਆਪਣੀਆਂ ਅੱਖਾਂ ਦੇ ਨਾਲ ਨਹੀਂ ਸੀ ਵੇਖਿਆ ਵੀ, ਤੁਹਾਨੂੰ ਕਿਵੇਂ ਯਕੀਨ ਹੋ ਗਿਆ ਕਿ ਲੋਕ ਸੱਚ ਕਹਿ ਰਹੇ ਨੇ? ਸਰ ਮੈਨੂੰ ਇੰਜ ਯਕੀਨ ਹੋ ਗਿਆ ਕਿ ਮੈਂ ਜਦੋਂ ਉਹਨੂੰ ਮੌਕੇ ਤੇ ਫੜਿਆ, ਪੈਸੇ ਦਿੰਦੀ ਨੂੰ ਫੜਿਆ। ਪੈਸੇ ਦੇ ਰਹੀ ਸੀ ਨਾ, ਹੋ ਸਕਦਾ ਕਿ ਉਧਾਰ ਲੈਤੇ ਹੋਣੀਆਂ, ਉਧਾਰ ਦੇ ਰਹੀ ਹੋਏ। ਨਹੀਂ ਸਰ, ਕਿਉਂਕਿ ਉਹ ਮੇਰੇ ਘਰ ਤੱਕ ਆਉਂਦਾ ਸੀ, ਮੇਰੇ ਘਰ ਦੇ ਵਿੱਚ ਆ ਕੇ ਬਹਿੰਦਾ ਸੀ, ਰਾਤਾਂ ਰਹਿੰਦਾ ਸੀ, ਉਹਦੇ ਨਾਲ ਮਿਲ ਜੁਲ ਸੀ। ਮੇਰੀ ਸੱਸ ਨੇ ਮਕਾਨ 17 ਚੱਕ ਲਿਆ ਹੋਇਆ ਸੀ, ਉੱਥੇ ਰਾਤਾਂ ਜਾ ਕੇ ਦੋਵੇਂ ਰਹਿੰਦੇ ਸਨ। ਅੱਛਾ। ਮੇਰੀ ਇਸ ਗੱਲ ਸੱਸ ਨੂੰ ਵੀ ਪਤਾ ਹੈ, ਮੇਰੇ ਸਹੁਰੇ ਨੂੰ ਵੀ ਪਤਾ ਹੈ, ਮੇਰੀਆਂ ਸਾਲੀਆਂ ਨੂੰ ਵੀ ਪਤਾ ਹੈ ਕਿ ਇਸ ਮੁੰਡੇ ਨਾਲ ਕਨੈਕਟ ਗਲਤ ਨੇ ਇਹਦੇ। ਲੇਕਿਨ ਫਿਰ ਵੀ ਤੂੰ ਆਪਣੀ ਅੱਖਾਂ ਦੇ ਨਾਲ ਨਹੀਂ ਵੇਖਿਆ ਵੀ, ਸਿਰਫ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕੀਤਾ? ਪਰ ਸੁਣੀਆਂ ਸੁਣਾਈਆਂ ਤੇ ਅਮਲ ਕੀਤਾ। ਫਿਰ ਵੀ ਮੈਂ ਉਹਨੂੰ ਤੁਹਾਨੂੰ ਦੱਸਿਆ ਕਿ ਹਰ ਗੱਲ ਤੋਂ ਉਹਨੇ ਕਿਹਾ ਜੀ ਮੈਂ ਰਹਿਣਾ ਤੇ ਸ਼ੇਖ ਨਾਲ ਨਾ ਰਹਿਣਾ, ਸ਼ੇਖ ਨਾਲ ਨਿਕਾਹ ਪੜਾਵਾਂਗੀ, ਤੇਰੇ ਸਾਹਮਣੇ ਇੱਥੇ ਫਿਰਾਂਗੀ, ਤੂੰ ਮੈਨੂੰ ਡੱਕ ਕੇ ਵਹਾ। ਅੱਛਾ। ਮੈਂ ਸ਼ੇਖ ਨਾਲ ਫਿਰਾਂਗੀ, ਮੈਂ ਨਿਕਾਹ ਸ਼ੇਖ ਨਾਲ ਕਰਾਂਗੀ। ਮੈਂ ਉਹਨੂੰ ਕਿਹਾ ਕਿ ਇਹ ਹੋ ਨਹੀਂ ਸਕਦਾ ਕਿ ਮੈਂ ਅੱਖਾਂ ਦੇ ਸਾਹਮਣੇ ਤੈਨੂੰ ਉਹਦੇ ਨਾਲ ਟੁਰਦੀ ਫਿਰਦੀ ਵੇਖਾਂ, ਮੈਂ ਤੈਨੂੰ ਤਲਾਕ ਵੀ ਦੇ ਦਿਆਂ, ਤੂੰ ਉਹਦੇ ਨਾਲ ਸ਼ਾਦੀ ਕਰਾ ਲਵੇਂ, ਤੈਨੂੰ ਮੈਂ ਉਹਦੇ ਨਾਲ ਟੁਰਦਿਆਂ ਫਿਰਦਿਆਂ ਵੇਖਾਂ ਲੱਗੀ ਫਿਰਦੀ ਨੂੰ, ਮੈਂ ਇਸ ਬਰਦਾਸ਼ਤ ਨਹੀਂ ਕਰਾਂਗਾ। ਤੇ ਜੇ ਅਗਰ ਇੰਨੀ ਅੰਦਰ ਗੈਰਤ ਜਾਗਦੀ ਪਈ ਸੀ ਤੇ ਉਹਨੂੰ ਤਲਾਕ ਦੇ ਕੇ ਦਫਾ ਮਾਰਦਾ? ਸਰ ਤਲਾਕ ਕਿਉਂ ਦਿੰਦਾ? ਮੈਂ ਤਲਾਕ ਦੇ ਦਿੰਦਾ, ਮੇਰੇ ਅੱਖਾਂ ਦੇ ਸਾਹਮਣੇ ਫਿਰਿਆ ਤੇ ਮੇਰੇ ਅੰਦਰ ਸਿਰੋਂ ਅੱਗ ਬਲਣੀ ਸੀ। ਅਗਰ ਤੂੰ ਤਲਾਕ ਦੇ ਦਿੰਦਾ ਨਾ ਤੇ ਇਹ ਹੱਥਕੜੀਆਂ ਤੇ ਨਾ ਲੱਗੀਆਂ ਹੁੰਦੀਆਂ? ਸਰ ਮੈਨੂੰ ਹੱਥ ਘੜੀਆਂ ਮਨਜ਼ੂਰ ਨੇ, ਤਲਾਕ ਨਹੀਂ ਮਨਜ਼ੂਰ ਸੀ। ਮੈਂ ਇਹ ਮਨਪਸੰਦ ਦੀ ਸ਼ਾਦੀ ਕੀਤੀ ਸੀ, ਮੈਂ ਤਲਾਕ ਦੇਣਾ ਨਹੀਂ ਚਾਹੁੰਦਾ ਸਾਂ, ਮੈਂ ਉਹਨੂੰ ਮਾਫੀ ਦੇਣਾ ਚਾਹੁੰਦਾ ਸਾਂ। ਉਹਨੂੰ ਮਾਫ ਸਾਰਾ ਕੁਝ ਦੇਖਣ ਦੇ ਬਾਵਜੂਦ ਵੀ, ਗਲਤ ਹਰਕਤਾਂ ਦੇ ਸਾਰਾ ਕੁਝ ਫਿਰ ਵੀ ਮਾਫ ਕਰਨਾ? ਫਿਰ ਵੀ ਮਾਫ ਕਰਨਾ ਚਾਹੁੰਦਾ ਸਾਂ। ਮੈਂ ਉਹਨੂੰ ਆਂਦਾ ਸਾਂ ਕਿ ਤੈਨੂੰ ਹਰ ਗੱਲ ਦੀ ਮਾਫੀ ਦੇ ਦਿਆਂਗਾ, ਤੂੰ ਕਹਿ ਦੇ ਕਿ ਮੇਰੇ ਕੋਲੋਂ ਜੁਰਿਆ ਗਲਤੀ ਹੋ ਗਈ ਹੈ, ਕਿ ਮੈਂ ਜਾਂ ਕਿਸੇ ਆ ਗਈ ਉਹਦੇ ਚੱਕਰਾਂ 'ਚ, ਜਾਂ ਮੈਨੂੰ ਉਹਨੇ ਬਲੈਕਮੇਲ ਹੀ ਕੀਤਾ, ਜਾਂ ਮੈਂ ਜਿਵੇਂ ਵੀ ਉਹਨੇ ਮੈਨੂੰ ਕੀਤਾ ਮੈਂ ਕਰ ਲਿਆ। ਇਨਸਾਨਾਂ ਕੋਲੋਂ ਗਲਤੀਆਂ ਹੁੰਦੀਆਂ ਨੇ। ਇਨਸਾਨ ਜੁਰੇ ਤੂੰ ਇੰਨੀ ਮੁਹੱਬਤ ਉਹਦੇ ਨਾਲ ਕਰਦਾ ਸੀ, ਉਹ ਫਿਰ ਕਿਸੇ ਹੋਰ ਦੇ ਨਾਲ ਕਿਉਂ ਮੁਹੱਬਤ ਕਰਨ ਲੱਗ ਪਈ? ਸਾਰੇ ਗੱਲ ਦੀ ਟੈਨਸ਼ਨ ਹੈ ਕਿ 2002 ਚ ਸ਼ਾਦੀ ਹੋਈ ਹੈ ਤੇ ਇੰਨੇ ਸਾਲ ਹੋ ਗਏ ਨੇ, ਤੇਰੀ ਮੇਰੀ ਇੰਨੀ ਮੁਹੱਬਤ ਤੇ ਹਰ ਚੀਜ਼ ਦੀ ਸਹੂਲਤ ਤੁਹਾਨੂੰ ਦਿੱਤੀ, ਬੱਚਿਆਂ ਨੂੰ ਦਿੱਤੀ। ਕਦੀ ਮੈਂ ਬੱਚੇ ਨੂੰ ਜਾਂ ਆਪਣੀ ਬੇਟੀ ਨੂੰ ਅੱਜ ਤੱਕ ਮੈਂ ਕਰਾਂ ਤੇ ਹੱਥ ਰੱਖ ਕੇ ਕਹਾਂਗਾ ਕਿ ਮੈਂ ਆਪਦੀ ਬੇਟੀ ਨੂੰ ਨਾ ਗਾਲ ਕੱਢੀ ਨਾ ਚੰਡ ਮਾਰੀ। ਅੱਜ ਆਪਣੀ ਤੱਕ ਉਸ ਬੇਟੀ ਨੂੰ ਵੀ ਨਹੀਂ ਸਮਝਾਇਆ ਕਿ ਤੂੰ ਇਹ ਕੀ ਕਰ ਰਹੀ ਹੈ ਪਿਆ ਹਰਕਤਾਂ? ਪੈਰ ਫੜੇ ਨੇ ਉਹਨਾਂ ਦੇ, ਦੋਵਾਂ ਮਾਂ ਬੇਟੀਆਂ? ਮਾਵਾਂ ਬੇਟੀਆਂ ਬੈੱਡ ਤੇ ਮੇਰੇ ਘਰ ਬੈਠੀਆਂ ਨੇ। ਪਹਿਲੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ, ਫਿਰ ਬੇਟੀ ਦੇ ਲਾ ਨੂੰ ਕਿਹਾ ਤੈਨੂੰ ਰੱਬ ਨਬੀ ਦਾ ਵਾਸਤੇ ਮੇਰੀ ਇੱਜ਼ਤ ਬਰਬਾਦ ਨਾ ਕਰੋ। ਕਿਹੜੇ ਤੁਸੀਂ ਪਾਸੇ ਟੁਰ ਪਈਆਂ ਜੀ? ਉਹਨਾਂ ਕਿਹਾ ਜੀ ਅਸੀਂ ਆਪਦੀ ਮਰਜ਼ੀ ਕਰਨੀ। ਤੂੰ ਉਹਨਾਂ ਮੁੰਡਿਆਂ ਨੂੰ ਸਮਝਾ ਦੇਣਾ ਸੀ ਕਿ ਯਾਰ ਕਿਉਂ ਮੇਰਾ ਘਰ ਖਰਾਬ ਕਰ? ਸਰ ਸਮਝਾਇਆ, ਉਹਦੇ ਪਿਓ ਨੂੰ ਜਾ ਕੇ ਕਿਹਾ, ਮੇਰੇ ਘਰਦਿਆਂ ਨੇ ਉਹਦੇ ਪਿਓ ਨੂੰ ਕਿਹਾ। ਉਹਨੇ ਕਿਹਾ ਜੀ ਤੁਸੀਂ ਆਪਦੀ ਨੂੰ ਸਮਝਾਓ, ਆਪਦੀ ਨੂੰ ਸਮਝਾ, ਮੇਰਾ ਮੁੰਡਾ ਤਾਂ ਨਹੀਂ ਨਾ ਗੱਲ ਤੇ ਤੁਸੀਂ ਆਪਦੀ ਨੂੰ ਸਮਝਾਓ। ਮੈਂ ਕਿਹਾ ਜੀ ਤੇਰਾ ਮੁੰਡਾ ਤੁਸੀਂ ਵੀ ਸਮਝਾ ਸਕਦੇ ਜੀ, ਇੱਕ ਪੁੱਤਰ ਹੈ ਗੱਲ ਤੇ, ਪਰ ਉਹਦੇ ਬਾਪ ਨੇ ਵੀ ਕਿਹਾ ਜੀ ਤੁਸੀਂ ਆਪਦੀ ਨੂੰ ਸਮਝਾਓ, ਮੇਰੇ ਪੁੱਤਰ ਦੇ ਕੋਈ ਰੋਲਾ। ਜਿਸ ਦਿਨ ਤੂੰ ਇਹਨਾਂ ਨੂੰ ਮਾਰਿਆ ਹੈ, ਉਸ ਦਿਨ ਕਿੱਥੇ ਮਾਰਿਆ ਤੇ ਕਿਹਦੇ ਨਾਲ ਮਾਰਿਆ ਜੀ? ਸਰ ਉਸ ਦਿਨ ਮਾਰਿਆ, ਮੈਂ ਉਹਨੂੰ ਮਹੱਲੇ 'ਚ ਬਿਠਾਇਆ, ਜੂਆ ਖੇਡਦਾ ਪਿਆ ਸੀ। ਅੱਛਾ। ਉੱਥੋਂ ਮੈਂ ਉਹਨੂੰ ਫੜਿਆ, ਮੈਂ ਤੇ ਮੇਰੇ ਭਤੀਵੇਂ ਤੇ ਭਤੀਜੇ ਨੇ। ਉੱਥੋਂ ਫੜਿਆ ਸੀ ਨੂੰ ਗਵਾਹ ਕੀਤਾ, ਨੂੰ ਕਿਹਾ ਵੀ ਕਰ ਉਹਨੂੰ ਫੋਨ ਆਪਦੀ ਮਸ਼ੋਕ ਨੂੰ ਵੀ ਇੱਥੇ ਆ, ਮੇਰੇ ਐਕਸੀਡੈਂਟ ਹੋ ਗਿਆ। ਕੀ ਨਾਂ ਤੁਹਾਡੀ ਬੀਵੀ ਦਾ? ਨਾਜ਼ੀਆ ਬੀਬੀ। ਅੱਛਾ। ਤੂੰ ਕਿਹਾ ਨਾਜ਼ੀਆ ਨੂੰ ਬੁਲਾ ਜ਼ਰਾ। ਬੁਲਾ ਉਹਨੂੰ, ਉਹਨੇ ਮੈਂ ਉੱਥੇ ਫੋਨ ਕੀਤਾ, ਉਹਨੇ ਕਿਹਾ ਹਾਂਜੀ ਕੀ ਗੱਲ ਹੈ? ਉਹਨੂੰ ਆਂਦਾ ਕਿ ਮੇਰੇ ਨਾਲ ਐਕਸੀਡੈਂਟ ਹੋ ਗਿਆ ਤੇ ਤੂੰ ਇੱਥੇ ਆ। ਉਹ ਕੋਲ ਅਸਲਾ ਵੀ ਹੈ ਸੀ ਜਦੋਂ ਉਹਨੂੰ ਤੂੰ ਅਗਵਾ ਕੀਤਾ? ਪਿਸਟਲ ਸੀ ਮੇਰੇ ਕੋਲ। ਅੱਛਾ। ਉਹਦੀ ਕੰਨ ਪੱਟੀ ਤੇ ਰੱਖਿਆ ਕਿ ਬੁਲਾ ਹੁਣ ਜ਼ਰਾ। ਜੀ। ਅੱਛਾ। ਤੇ ਉਹਨੇ ਫੋਨ ਕੀਤਾ, ਉਹਨੇ ਨਾਲ ਆਪਦੀ ਬੇਟੀ ਦਾ ਜਿਹੜਾ ਆਸ਼ਕ ਸੀ ਉਹਨੂੰ ਦਸਤੀ ਪੱਤੋ ਆ ਵੇਖੋ ਬਾਪ ਕੋ ਰਹਿ ਰਹੀ ਹੈ ਲੜ ਕੇ, ਤੇ ਪੱਤੋ ਆ ਪੱਤੋ ਬੈਠੀ ਹੈ, ਬੇਟੀ ਉੱਥੇ ਬੈਠੀ, ਆਪ ਕੰਜਰ ਮਹੱਲੇ ਬੈਠੀ ਹੈ। ਤੇ ਸਾਰੇ ਮੈਂ ਕਿਵੇਂ ਗਵਾਰਾ ਕਰਦਾ? ਉਸੇ ਧੀ ਦੇ ਆਸ਼ਕ ਨੂੰ ਲਿਆ ਸੋ ਤੇ ਰਾਤ 1 ਵਜੇ ਇੱਥੇ ਵੱਜੀ ਹੈ, 12 ਵਜੇ। ਅੱਛਾ। ਮੌਸਮ ਨੂੰ ਨਾਲ ਲਿਆ? ਮੌਸਮ ਨੂੰ ਨਾਲ ਲਿਆ। ਤੇ ਸਾਰੇ ਮੈਂ ਉਹਨੂੰ ਕਹਿੰਦਾ ਅੱਧੀ ਰਾਤ ਲੈ ਕੇ ਇੱਥੇ ਆ, ਤਾਂ ਉਹਨੇ ਕਹਿਣਾ ਸੀ ਮੈਂ ਨਹੀਂ ਆ ਸਕਦੀ ਇਸ ਟਾਈਮ, ਮੈਨੂੰ ਪਾਗਲ ਆ ਮੈਂ ਆਵਾਂ। ਆਸ਼ਕ ਨੇ ਬੁਲਾਇਆ ਤੇ ਦੌੜਦੇ ਆ? ਬੁਲਾਇਆ, ਦੌੜਦੀ ਆਈ ਹੈ। ਅੱਛਾ। ਫਿਰ ਜਦੋਂ ਆਈ ਤੇ ਫਿਰ ਕੀ ਕੀਤਾ? ਫਿਰ ਆਈ ਏ, ਫਿਰ ਆਸ਼ਕ ਨੂੰ ਕਿਹਾ ਵੀ ਉਹਨੂੰ ਕਹਾ ਵਾਪਟਾ ਦਫ਼ਤਰ ਗੁਰਤੇ ਰੁਕ, ਅਸੀਂ ਆ ਰਹੇ ਹਾਂ। ਮੈਂ ਆਣਾ ਪਿਆ ਗੱਡੀ ਤੇ, ਮੈਨੂੰ ਕੋਈ ਸ਼ੱਕ ਨਹੀਂ ਹੋਇਆ? ਲੋਰ ਨਹੀਂ, ਉਹਨੇ ਕਿਹਾ ਜੀ ਮੈਨੂੰ ਲੋਰ ਲੈ। ਕਦਾ ਭੂਤ ਸਵਾਰ ਸੀ ਉਹਦੇ ਤੇ? ਦਾ ਭੂਤ ਸਵਾਰ ਸੀ, ਅੰਨੇ ਹੋਏ ਸੀ, ਇਸ਼ਕ ਚੰਦੇ ਸਨ। ਤੇ ਸਰ ਇਹ ਸਾਰਾ ਮਾਂ ਤੇਰੇ
ਤੇ ਕੰਧਿਆਂ ਤੇ ਖੂਨ ਸਵਾਰ ਸੀ ਕਿ ਅੱਜ ਮੈਂ ਮਾਰ ਦੇਣਾ। ਸਵਾਲ ਸੀ ਕਿ ਅੱਜ ਮੈਂ ਇਹਨਾਂ ਨੂੰ ਮਾਰ ਦੇਣਾ। ਮੇਰੀ ਬੇਟੀ ਵੀ ਹੁੰਦੀ ਉਸ ਟਾਈਮ ਤੇ ਮੈਂ ਨਾਲ ਬੇਟੀ ਨੂੰ ਵੀ ਮਾਰ ਦੇਣਾ ਸੀ। ਅੱਛਾ, ਬੇਟੀ ਨਹੀਂ ਸੀ ਆਈ ਵੀ ਨਾਲ? ਬੇਟੀ ਉਹ ਬਾਪ ਕੋਲ ਸੀ, ਇਹ ਪੱਤੋ ਸੀ। ਤੇ ਸਰ ਮੈਂ ਕਿਹੜਾ ਉਹਨੇ ਬੁਲਾਇਆ, ਉਹ ਇੱਥੇ ਆਏ ਨੇ, ਮੈਂ ਮਾਰਿਆ। ਤੇ ਮੈਨੂੰ ਸਿਰਫ ਜਦੋਂ ਆਈ ਸੀ ਇੰਨੀ ਮੁਹੱਬਤ ਕਰਦਾ ਸੀ, ਉਹਦੇ ਤੇ ਗੋਲੀ ਕਿਵੇਂ ਚਲਾਈ? ਹਿੰਮਤ ਕਿਵੇਂ ਪੈਦਾ ਹੋਈ? ਸਾਰੀ ਹਿੰਮਤ ਜਦੋਂ ਮੇਰੀ ਇੱਜ਼ਤ ਦੀ ਲਲਾਮ ਹੋ ਗਈ ਏ, ਮੈਨੂੰ ਬਗੈਰ ਤੇ ਕੰਜਰ ਮਹੱਲੇ 'ਚ ਮੂੰਹ ਵਹਾਨ ਜੋਗਾ ਨਹੀਂ ਛੱਡਿਆ, ਦੁਨੀਆ ਦੇ ਭੈਣ ਭਰਾਵਾਂ 'ਚ ਨਹੀਂ ਛੱਡਿਆ, ਰਿਸ਼ਤੇਦਾਰਾਂ 'ਚ ਛੱਡਿਆ, ਤੇ ਫਿਰ ਮੈਂ ਕਿਵੇਂ ਮੁਹੱਬਤ ਨੂੰ ਵੇਖਾਂ? ਜਦੋਂ ਗੋਲੀ ਮਾਰਨ ਲੱਗਾ ਸੀ ਆਪਣੀ ਬੀਵੀ ਨੂੰ, ਜਿਹਦੇ ਨਾਲ ਤੂੰ 21 ਸਾਲ ਤੋਂ ਪਿਆਰ ਕਰਦਾ ਸੀ, ਉਹਨੇ ਇੱਕ ਦਫਾ ਨਹੀਂ ਕਿਹਾ ਜੁਰਿਆ ਛੱਡ ਦੇ, ਗਲਤੀ ਹੋ ਗਈ, ਮਾਫ ਕਰ ਦੇ? ਸਰ ਮੈਂ ਆਂਦਿਆਂ ਨਾਲ ਮੁੰਡੇ ਨੂੰ ਲਾਇਆ, ਮੈਂ ਉਹਨੂੰ ਕਿਹਾ ਮਿਲ ਲੈ ਭੈਣ ਨੂੰ, ਹੁਣ ਆਖਰੀ ਵਾਰ ਮਿਲ ਲੈ। ਉਹ ਮੈਨੂੰ ਕੋ ਬੋਲੀ ਇੱਕ ਬਗੈਰਤ ਕੰਜਰ ਕੁੱਤਾ, ਤੇਰੇ ਚਿਹਰੇ ਪਿਸ਼ਾਬ। ਆਸ਼ਕ ਨੂੰ ਕਹਿ ਰਿਹਾ ਸੀ ਕਿ ਮਿਲ ਲੈ ਭੈਣ ਨੂੰ? ਹਾਂਜੀ। ਅੱਛਾ, ਤੇ ਤੇ ਮਲਵਾਇਆ ਭੈਣ ਨਾਲ? ਨੇ ਮੈਂ ਹਾਲੇ ਕੋਲ ਗਿਆ ਤੇ ਮੈਂ ਉੱਥੇ ਛੁੱਟ ਕਰਤਾ। ਅੱਛਾ, ਸਿੱਧੇ ਫੈਰ ਮਾਰ? ਸਿੱਧੇ ਮਾਰੇ ਨੇ। ਅੱਛਾ, ਤੇਰੇ ਨਾਲ ਹੋਰ ਕੌਣ ਕੌਣ ਸੀ? ਮੇਰੇ ਨਾਲ ਜੀ ਇੱਕ ਮੇਰਾ ਭਣੇਵਾ ਸੀ ਸਖਾਫਤ ਉਰਫ ਚੰਨੀ, ਇੱਕ ਮਾਜਦ ਸੀ ਭਤੀਜਾ ਮੇਰਾ, ਅਸੀਂ 3 ਜਣੇ ਸਾਂ। ਅੱਛਾ, ਤਿੰਨਾਂ ਨੇ ਉਹਨੂੰ ਮਾਰਿਆ। ਠੀਕ ਹੈ। ਮਾਰੇ ਸ਼ੂਟ ਮੈਂ ਕੀਤਾ, ਫੈਰ ਮੈਂ ਮਾਰੇ ਨੇ, ਪਿਸਟਲ ਮੇਰੇ ਕੋਲ ਸੀ। ਕਿੰਨੀਆਂ ਗੋਲੀਆਂ ਮਾਰੀਆਂ ਸੀ ਦੋਵਾਂ ਨੂੰ? ਮੈਂ ਜੀ ਤਕਰੀਬਨ 10 ਤੋਂ 15 ਗੋਲੀਆਂ ਮਾਰੀਆਂ ਨੇ। 10-15 ਗੋਲੀਆਂ। ਤੇ ਆਪਣੀ ਬੀਵੀ ਨੂੰ ਕਿੰਨੀਆਂ ਗੋਲੀਆਂ ਮਾਰੀਆਂ? 3 ਤੋਂ 4 ਮਾਰੀਆਂ ਨੇ ਉਹਨੂੰ। ਮੌਕੇ ਤੇ ਦੋਵੇਂ ਮਰ ਗਏ ਸੀ? ਬੀਵੀ ਮੇਰੀ ਤਾਂ ਸੁਣਿਆ ਜੀ ਹਸਪੀਟਲ ਆ ਕੇ ਮਰੀ ਏ, ਅੱਛਾ। ਉਹ ਮੌਕੇ ਤੇ ਮਰ ਗਿਆ ਸੀ। ਤੇ ਉਹ ਕਿਹੜਾ ਕੰਜਰਾਂ ਦਾ ਬਾਲ ਮੋਸਨ, ਉਹ ਬਚ ਗਿਆ। ਤੇ ਉਹਨੂੰ ਉਹ ਤੇ ਬਚ ਗਿਆ ਤੇ ਤੂੰ ਇੱਥੇ ਪੜਿਆ ਗਿਆ? ਕੋਈ ਬਾਤ ਨਹੀਂ ਜੀ, ਮੈਨੂੰ ਜ਼ਿੰਦਗੀ ਰਹੀ ਤੇ ਮੈਂ ਹਟਿਆ ਤੇ ਉਹ ਬਚ ਗਿਆ, ਤੇ ਮੈਂ ਛੜ ਮਾਫ ਉਹਨੂੰ ਵੀ ਨਹੀਂ ਕਰਨਾ। ਮੌਸਮ ਨੂੰ ਮਾਫ ਨਹੀਂ ਕਰਨਾ, ਭਾਵੇਂ 20 ਸਾਲ ਬਾਅਦ ਜੇਲ੍ਹ ਚ ਆਇਆ। ਮੈਂ ਜੀ 30 ਸਾਲ ਬਾਅਦ ਜਾਂ ਮੈਂ ਉਹਨੂੰ ਮਾਫ ਨਹੀਂ ਕਰਨਾ, ਮੈਂ ਉਹਨੂੰ ਮਾਰਨਾ ਹੀ ਹੈ। ਇੰਨਾ ਗੁੱਸਾ ਭਰਿਆ ਦਿਲ ਦੇ ਜੀ, ਵਿੱਚ? ਕਿਉਂਕਿ ਉਹਨੇ ਮੇਰੀ ਇੱਜ਼ਤ ਲਨਾਮ ਕੀਤੀ ਹੈ। ਹੋਵਣ ਕੰਜਰ ਤੇ ਸਾਡੀ ਇੱਜ਼ਤਦਾਰ ਗੈਰਤਮੰਦਾਂ ਦੀਆਂ ਇੱਜ਼ਤਾਂ ਨੂੰ ਤੱਕਣ ਆਪਦੀਆਂ ਭੈਣਾਂ ਦੁਬਈ ਵੇਚਣ, ਪੈਸੇ ਵਟਣ ਤੇ ਬੀਵੀ ਨੇ ਆਖਰੀ ਵਾਰ ਮਰਦਿਆਂ ਤੈਨੂੰ ਇਹ ਨਹੀਂ ਕਿਹਾ ਜੁਰਿਆ ਇਹ ਕੰਮ ਤੇ ਤੂੰ ਗਲਤ ਕੀਤਾ ਲੇਕਿਨ ਮੈਨੂੰ ਮਾਫ ਕਰ ਦੇ? ਨਹੀਂ ਸਰ, ਮੈਂ ਮਾਰ ਕੇ ਸ਼ੂਟ ਕਰ ਉਹਨੇ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਸਰ, ਉਹਨੂੰ ਮੈਂ ਪੁੱਛੀ, ਕਿਉਂਕਿ ਮੈਨੂੰ ਗੁੱਸਾ ਤੇ ਮੇਰੇ ਕਹਿਰੀ ਦਿਲ 'ਚ ਇੰਨਾ ਸੀ ਕਿ ਮੈਂ ਮੇਰੇ ਕੋਲ ਹੋਰ ਇੰਨੀਆਂ ਗੋਲੀਆਂ ਹੁੰਦੀਆਂ ਤੇ ਮੈਂ ਹੋਰ ਉਹਨਾਂ ਦੇ ਮੂੰਹ ਤੇ ਮਾਰਦਾ ਕਿ ਸ਼ਕਲ ਵੀ ਨਾ ਕੋਈ ਸਿਆਣੇ ਇਹਨਾਂ ਦੀ। ਤੇ ਫਿਰ ਮਾਰ ਕੇ ਕਿੱਥੇ ਨਸ ਗਏ ਸੀ? ਕਿੱਥੇ ਵੀ ਨਹੀਂ ਸਰ, ਮੈਂ ਇੱਥੇ ਸ਼ਹਿਰ 'ਚ ਹੀ ਸਾਂ। ਅੱਛਾ, ਤੇ ਮੈਨੂੰ ਕਿਹੜਾ ਘਰ ਗਏ ਨੇ, ਮੇਰੀ ਮਸ਼ੀਰਾ ਨੂੰ ਨਾ ਗ੍ਰਿਫਤਾਰ ਕੀਤਾ ਅੱਛਾ, ਪੁਲਿਸ ਨੇ। ਤੇ ਬਾਅਦ ਤੇ ਫੋਨ ਨੰਬਰ ਮੇਰੇ ਘਰ ਦੇ ਦਿੱਤਾ ਜੀ, ਉਹਨੂੰ ਫੋਨ ਕਰੋ ਜਿੱਥੇ ਵੀ, ਉਹਨੂੰ ਕਹੋਗੇ ਇਹ ਗੱਲਬਾਤ ਤੇ ਤੇਰੀ ਭੈਣ ਨੂੰ ਲੈ ਗਏ ਨੇ। ਇੱਕ ਮੇਰੀ ਭਣੇਵੇਂ ਦੀ ਬੀਵੀ ਸੀ, ਮੇਰੀ ਧੀ ਨੂੰਹ ਸੀ। ਜਦੋਂ ਪਤਾ ਲੱਗਿਆ ਕਿ ਭੈਣ ਨੂੰ ਗ੍ਰਿਫਤਾਰ ਕਰ ਲਿਆ, ਬਾਕੀ ਜੀਆਂ ਨੂੰ ਗ੍ਰਿਫਤਾਰ, ਫਿਰ ਤੂੰ ਆਪ ਆ ਗਿਆ? ਹਾਂਜੀ, ਮੈਂ ਆਪ ਆਇਆ। ਸਾਰਿਆਂ ਨੂੰ ਫੋਨ ਕੀਤਾ ਕਿ ਸਰ ਜੀ ਕਿੱਥੇ ਜੇ? ਇਹਨਾਂ ਕਿਹਾ ਜੀ ਅਸੀਂ ਤੁਹਾਡੇ ਪਿੰਡ ਰੇਡ ਕਰਨ ਗਏ ਆ। ਅੱਛਾ। ਮੈਂ ਕਿਹਾ ਸਰ ਮੈਂ ਚੁਣੀਆਂ, ਮੈਂ ਕਿਧਰੇ ਨਹੀਂ ਗਿਆ, ਤੁਸੀਂ ਇੱਥੇ ਆ ਜਾਓ, ਮੈਂ ਆਪਦੀ ਗ੍ਰਿਫਤਾਰੀ ਦੇਣਾ। ਫਿਰ ਸਾਰੇ ਹੀ ਆਏ ਨੇ, ਮੈਂ ਗ੍ਰਿਫਤਾਰੀ ਦਿੱਤੀ, ਪਿਸਟਲ ਦਿੱਤਾ ਅੱਛਾ, ਤੇ ਮੈਂ ਆਪਦੀ ਗ੍ਰਿਫਤਾਰੀ ਸਰ ਦੇਤੀ। ਸਾਰਾ ਕੁਝ ਮੰਨ ਵੀ ਲਿਆ ਜੀ ਕਿ ਮੈਂ ਮਾਰਿਆ ਇਹਨਾਂ ਨੂੰ? ਜੀ ਜੀ, ਉਹ ਜਿਹੜਾ ਬਚ ਗਿਆ ਉਹਨੂੰ ਫਿਰ ਇੱਕ ਵਾਰੀ ਮਾਰਾਂਗਾ? ਉਹਨੂੰ ਮਾਰਾਂਗਾ ਇਨਸ਼ਾਅੱਲਾ, ਮੇਰੀ ਜ਼ਿੰਦਗੀ ਰਹੀ ਤੇ ਉਹਨੂੰ ਮੈਂ ਮਾਰਾਂਗਾ। ਜੁਰੇ ਕੋਈ ਪਛਤਾਵਾ ਨਹੀਂ ਹੋ ਰਿਹਾ ਵੀ ਕਿ ਯਾਰ ਮੈਂ ਕੀ ਕੀਤਾ? ਕੋਈ ਪਛਤਾਵਾ ਨਹੀਂ, ਕੋਈ ਦੁੱਖ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਮੈਂ ਇਹ ਗੈਰਤ ਦੇ ਨਾਂ ਤੇ ਕੀਤਾ, ਮੈਂ ਕੋਈ ਬਗੈਰਤ ਨਹੀਂ ਸਾਂ, ਮੈਨੂੰ ਕੋਈ ਪਛਤਾਵਾ ਨਹੀਂ। ਕੋਈ ਪੈਗਾਮ ਦੇ ਦੇ ਜਿਹੜੇ ਤੇਰੇ ਵਰਗੇ ਆਸ਼ਿਕ ਆਪਣੀਆਂ ਬੀਵੀਆਂ ਨਾਲ ਅੰਨੀ ਮੁਹੱਬਤ ਕਰਦੇ ਨੇ ਤੇ ਉਹ ਬੀਵੀਆਂ ਕਿਸੇ ਹੋਰ ਦੇ ਮੁਹੱਬਤ ਦੇ ਵਿੱਚ ਮੁਬਤਲਾ ਹੋ ਜਾਂਦੀਆਂ, ਉਹਨਾਂ ਨੂੰ ਕੀ ਪੈਗਾਮ ਦੇਗਾ? ਉਹਨਾਂ ਨੂੰ ਇਹੀ ਪੈਗਾਮ ਹੈ ਕਿ ਪਹਿਲੇ ਨੰਬਰ ਤੇ ਮਨਪਸੰਦ ਦੀ ਸ਼ਾਦੀ ਨਾ ਕਰੋ, ਮਾਂ ਬਾਪ ਦੇ ਕਹਿਣ ਤੇ ਕਰੋ, ਜਾਂ ਤੁਸੀਂ ਕਰ ਲਈਏ ਤੇ ਆਪਦੇ ਇੰਨਾ ਖਿਆਲ ਕਰੋ ਕਿ ਉਹ ਇਸ ਰਾਹ ਤੇ ਟੁਰੇ ਤੇ ਉਹਨੂੰ ਮਾਰ ਦਿਓ ਤੇ ਜਾਂ ਛੱਡ ਦਿਓ। ਕਿਸੇ ਹੋਰ ਨੂੰ ਜੇ ਪਸੰਦ ਕਰੇ ਤੇ ਫਿਰ ਉਹਨੂੰ ਮਾਰ ਦੇ। ਜਿੱਦੋਂ ਜੀ ਇੱਕ ਮੀਆਂ ਬੰਦੇ ਤੇ ਉਸ ਔਰਤ ਨੇ ਨਹੀਂ ਰਹਿਣਾ ਅਗਲੇ ਤੇ ਹੋ ਗਈ ਤੇ ਫਿਰ ਉਹ ਔਰਤ ਇੱਜ਼ਤਦਾਰ ਨਹੀਂ ਹੈਗੀ, ਉਹ ਬਗੈਰਤ ਹੈ। ਇਹ ਪੈਗਾਮ ਹੈ ਪੂਰੀਆਂ ਔਰਤਾਂ ਨੂੰ ਜਿਹੜੀਆਂ ਪੂਰੇ ਭੈਣ ਭਰਾਵਾਂ ਸਾਰਿਆਂ ਨੇ ਪੈਗਾਮ ਹੈ ਕਿ ਕਿਹੜੀ ਔਰਤ ਗਲਤ ਰਾਸਤੇ ਤੇ ਟੁਰਦੀ ਏ ਉਹਨੂੰ ਮਾਰ ਦਿਓ। ਇੱਕ ਮਾਰੋਗੇ, 2 ਮਾਰੋਗੇ ਤੇ ਅਗਾ ਇਹ ਕੰਮ ਨਹੀਂ ਹੋਵੇਗਾ ਦੁਨੀਆ ਤੇ। ਕੋਈ ਪਛਤਾਵਾ ਨਹੀਂ, ਕੋਈ ਡਰ ਖੌਫ? ਕੋਈ ਪਛਤਾਵਾ ਨਹੀਂ। ਮੈਂ ਸਜ਼ਾਏ ਮੌਤ ਹੋ ਜਾਵਾਂ, ਮੈਨੂੰ ਫਾਂਸੀ ਲੱਗ ਜਾਏ, ਮੈਂ ਕੋਈ ਪਛਤਾਵਾ ਨਹੀਂ। ਫਾਂਸੀ ਦਾ ਜਿਹੜਾ ਰੱਸਾ ਹੈ ਉਹ ਚੁੰਮ ਕੇ ਗਲੇ 'ਚ ਪਾਏਗਾ? ਚੁੰਮ ਕੇ ਪਾਵਾਂਗਾ, ਨਾਰਾ ਮਾਰ ਕੇ ਪਾਵਾਂਗਾ। वाह, ये थे जी, नारा मारांगा मौला। बिल्कुल जी, आपने मुलज़म का बयान सुना और उसे कोई पछतावा नहीं है, लेकिन ऐसे जो मामलात हो जाते हैं और जब औरतें जिनसे बेपनाह मोहब्बत की जाती है, जिनके लिए सारा कुछ मर्द दिन रात मेहनत करता है और वही औरतें अपने मर्दों को धोखा देती हैं, तो उनका अंजाम भी यही होता है।